हाँ जी स्टूडेंट्स वेलकम कर दिंदा साडा तू स्टडी क्लास यूट्यूब चैनल दे विच। इस वीडियो दे विच स्टूडेंट्स आपां 12th क्लास दे लई पंजाबी इलैक्टिव दे जिहड़े कि अलंकार लैके आए। अलंकार हैगे तुहाडे जिहड़े कि सिलेबस दे विच 5 ते वैसे जे तुहानूं क्वेश्चन पुछया जावे वैरी शॉर्ट दे लई कि अलंकार नूं किन्ने वर्गां विच वंडिया जांदा, अलंकार किन्ने प्रकार दे ने, तो 3 प्रकार दे ने, शब्द अलंकार, अर्थ अलंकार ते शब्दार्थ अलंकार। ठीक है, जिहदे विच शब्दां ਦੇ ਵਿੱਚ ਚਮਤਕਾਰ ਪਵੇ ਉਹ ਸ਼ਬਦ ਅਲੰਕਾਰ, ਅਰਥਾਂ ਦੇ ਵਿੱਚ ਅਰਥ ਅਲੰਕਾਰ, ਸ਼ਬਦ ਅਰਥ ਜਿਨ੍ਹਾਂ ਦੇ ਵਿੱਚ ਦੋਨਾਂ 'ਚ। ਠੀਕ ਹੈ, ਇਹ 3 ਪ੍ਰਕਾਰ ਨੇ ਇਹਦੇ। ਹੁਣ ਬਾਕੀ ਇਹ ਹੈਗਾ ਇੱਕ ਅਲੰਕਾਰ ਦਾ ਸ਼ਬਦ ਅਰਥ ਕੀ ਹੁੰਦਾ, ਗਹਿਣਾ। ਗਹਿਣਾ ਸਜਾਵਟ ਕਰਨੀ, ਜਿਵੇਂ ਆਪਾਂ ਕਿਸੇ ਮਨੁੱਖ ਆਪਣੇ ਸਰੀਰ ਨੂੰ ਸਵਾਰਦਾ, ਸਜਾਵਟ ਕਰਦਾ, ਐਵੇਂ ਕਵੀ ਆਪਣੀ ਕਵਿਤਾ ਨੂੰ ਜਿਹੜੀ ਕਿ ਸਵਾਰਨ ਦੇ ਲਈ, ਸਜਾਉਣ ਦੇ ਲਈ ਜਿਹੜੇ ਜੁਗਤਾਂ ਵਰਤੋਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਅਲੰਕਾਰ। ਤੇ ਹੁਣ ਹੈ ਫਸਟ ਅਨੁਪ੍ਰਾਸ ਅਲੰਕਾਰ। ਇਹਨਾਂ ਦੇ ਵਿੱਚ ਤੁਸੀਂ ਯਾਦ ਕਿਵੇਂ ਕਰਨੇ ਨੇ, ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਇਹ ਲਿਖਣਾ, ਫਿਰ ਉਹਦੀ ਪਰਿਭਾਸ਼ਾ ਲਿਖਣੀ ਹੈ, ਫਿਰ ਜਿਹੜੀ ਤੁਸੀਂ ਉਦਾਹਰਨ ਦੋਗੇ ਉਦਾਹਰਨ ਦੀ ਅੱਗੇ ਵਿਆਖਿਆ ਵੀ ਕਰਨੀ ਹੈ। ਹਾਂਜੀ, ਅਨੁਪ੍ਰਾਂਸ ਨੂੰ ਕੀ ਹੁੰਦਾ, ਜਿਹਦੇ ਵਿੱਚ ਕਿਸੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਅ ਹੁੰਦਾ। ਅਨੁਪ੍ਰਾਸ ਅਲੰਕਾਰ ਉਹ ਅਲੰਕਾਰ ਹੁੰਦਾ ਜਿਸ ਦੇ ਵਿੱਚ ਸ਼ਬਦਾਂ ਦਾ ਵਾਰ-ਵਾਰ ਦੁਹਰਾਅ ਹੁੰਦਾ, ਅੱਖਰਾਂ ਦਾ ਵਾਰ-ਵਾਰ ਦੁਹਰਾਅ ਹੋ ਕੇ ਤੇ ਇੱਕ ਸੰਗੀਤਕ ਲੈ ਪੈਦਾ ਹੁੰਦੀ ਹੈ। ਸੰਗੀਤਕ ਲੈ ਪੈਦਾ ਹੁੰਦੀ ਹੈ, ਜਿਵੇਂ ਤੂਰ, ਬੂਰ, ਸੂਰ, ਨੂਰ। ਠੀਕ ਹੈ, ਐਵੇਂ ਇੱਕ ਮਤਲਬ ਕਿ ਲਾਸਟ ਵਾਲੇ ਵਰਡ ਜੁੜ ਕੇ ਜਾਂ ਸਟਾਰਟਿੰਗ ਵਾਲੇ ਵਰਡ ਜੁੜ ਕੇ ਇੱਕ ਸੰਗੀਤਕ ਲੈ ਪੈਦਾ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਅਨੁਪ੍ਰਾਸ ਅਲੰਕਾਰ। ਦੇਖੋ ਅਨੁਪ੍ਰਾਸ ਦਾ ਸ਼ਬਦ ਹੈ, ਅਨੁਪ੍ਰਾਸ ਦਾ ਅਰਥ ਹੈ ਵਾਰ-ਵਾਰ ਦੁਹਰਾਓ, ਵੀ ਵਾਰ-ਵਾਰ ਦੁਹਰਾਉਣਾ। ਅਤੇ ਇਹ ਦੁਹਰਾਓ ਵਾਰ-ਵਾਰ ਜਿਹੜਾ ਦੁਹਰਾਓ ਇਹ ਅੱਖਰਾਂ ਦਾ ਵੀ ਹੋ ਸਕਦਾ, ਸ਼ਬਦਾਂ ਦਾ ਵੀ ਹੋ ਸਕਦਾ, ਜਾਂ ਸ਼ਬਦਾਂਸ਼ ਦਾ ਵੀ ਹੋ ਸਕਦਾ। ਅਤੇ ਸ਼ਰਤ ਕੀ ਹੈ ਕਿ ਇੱਕੋ ਤੁਕ ਕਾਵਿ ਪੰਕਤੀ ਜਾਂ ਕਾਵਿ ਬੰਦ ਦੇ ਵਿੱਚ ਹੋਵੇ। ਜਿਵੇਂ ਕਿ ਫਿਰ ਰੂਪ ਸਰੂਪ ਅਨੂਪ ਦਸੇ, ਫਿਰ ਜਿੰਦ ਜਵਾਨੀ ਦੀਵਾਨੀ ਝਲੀ ਝਲੀ, ਫਿਰ ਹੋਸ਼ ਬੇਹੋਸ਼ ਮਦ ਹੋਸ਼ ਹੋਈ, ਫਿਰ ਪੱਤ ਰੋਲੈਂਦੀ ਗਲੀ ਗਲੀ। ਇਹਦੇ ਵਿੱਚ ਤੁਸੀਂ ਸਿਰਫ 2 ਲਾਈਨਾਂ ਵੀ ਯਾਦ ਕਰ ਸਕਦੇ ਹੋ। ਹਾਂਜੀ, ਜਿਵੇਂ ਇਸ ਦੇ ਵਿੱਚ ਹੈ ਕਿ ਇਸ ਦੇ ਵਿੱਚ ਰੂਪ ਸਰੂਪ ਅਨੂਪ ਦੇ ਵਿੱਚ ਕੀ ਚੀਜ਼ 3 ਵਾਰ ਦੁਹਰਾ ਹੋ ਰਿਹਾ, ਊਪ ਦਾ, ਸਰੂਪ, ਰੂਪ, ਅਨੂਪ। ਇਸੇ ਤਰ੍ਹਾਂ ਹੋਸ਼ ਬੇਹੋਸ਼ ਮਦ ਹੋਸ਼ ਦੇ ਵਿੱਚ ਕਿਹੜਾ ਸ਼ਬਦ ਰਿਪੀਟ ਹੋ ਰਿਹਾ, ਹੋਸ਼, ਬਾਰ-ਬਾਰ ਦੁਹਰਾ ਹੋ ਕੇ ਇਹਦੇ ਵਿੱਚ ਇੱਕ ਸੰਗੀਤਕ ਲੈ ਪੈਦਾ ਹੋ ਰਹੀ ਆ। ਤੇ ਅਨੁਪ੍ਰਾਸ ਹੈ ਕਿਹੜਾ ਅਲੰਕਾਰ ਆ, ਸ਼ਬਦ ਅਲੰਕਾਰ ਆ। ਅਨੁਪ੍ਰਾਸ ਕਿਹੜਾ ਅਲੰਕਾਰ ਆ, ਸ਼ਬਦ ਅਲੰਕਾਰ ਹੈ। ਸ਼ਬਦ ਅਲੰਕਾਰ ਦੇ ਅੰਦਰ ਆਉਂਦਾ ਅਨੁਪ੍ਰਾਸ ਅਲੰਕਾਰ। ਤੇ ਜੇ ਤੁਸੀਂ ਆ ਵੀ ਲਾਈਨ ਯਾਦ ਕਰ ਸਕਦੇ ਹੋ ਕਿ ਅਨੁਪ੍ਰਾਸ ਅਲੰਕਾਰ ਦੇ 5 ਭੇਦ ਨੇ ਤਾਂ ਤੁਸੀਂ ਕਰ ਲੈਣਾ। ਠੀਕ ਹੈ, ਜਿਵੇਂ ਸ਼ੇਕ ਅਨੁਪ੍ਰਾਸ, ਪ੍ਰੀਤੀ ਅਨੁਪ੍ਰਾਸ, ਸ਼ਰੂਤੀ ਅਨੁਪ੍ਰਾਸ, ਲਾਟ ਅਨੁਪ੍ਰਾਸ ਤੇ ਅੰਤ ਅਨੁਪ੍ਰਾਸ, ਅਗਰ ਤੁਹਾਨੂੰ ਯਾਦ ਹੁੰਦਾ। ਨਹੀਂ ਤੁਸੀਂ ਸਿਰਫ ਜਿੰਨਾ ਇੱਧਰ ਵਾਲਾ ਇੰਨਾ ਕੁ ਪੋਰਸ਼ਨ ਯਾਦ ਕਰ ਸਕਦੇ ਹੋ। ਹਾਂਜੀ, ਨੈਕਸਟ ਹੈ ਆਪਣਾ ਉਪਮਾ ਅਲੰਕਾਰ। ਉਪਮਾ ਅਲੰਕਾਰ ਕੀ ਹੁੰਦਾ, ਹਾਂਜੀ ਉਪਮਾ ਅਲੰਕਾਰ ਅਲੰਕਾਰਾਂ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਕਿਹੜਾ ਅਲੰਕਾਰ ਆ, ਉਪਮਾ ਅਲੰਕਾਰ ਆ। ਉਪਮਾ ਦਾ ਅਰਥ ਕੀ ਆ, ਜਸ, ਕੀਰਤੀ, ਵਡਿਆਈ, ਪ੍ਰਸ਼ੰਸਾ ਕਰਨੀ ਕਿਸੇ ਦੀ। ਜਦੋਂ ਆਪਾਂ ਕਿਸੇ ਦੀ ਵਡਿਆਈ ਕਰਦੇ ਹਾਂ, ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ, ਕਿਸੇ ਦੇ ਗੁਣਾਂ ਦੀ, ਤਾਂ ਉਹ ਉੱਥੇ ਕਿਹੜਾ ਅਲੰਕਾਰ ਵਰਤਦੇ ਆਪਾਂ, ਉਪਮਾ ਅਲੰਕਾਰ। ਉਪਮਾ ਅਲੰਕਾਰ ਅਤੇ ਇਹ ਕਵੀ ਕਵਿਤਾ ਅਤੇ ਕਵਿਤਾ ਤੋਂ ਬਾਹਰ ਆਮ ਗੱਲਾਂ ਦੇ ਆਪਾਂ ਗੱਲਾਂ ਬਾਤਾਂ ਦੇ ਵਿੱਚ ਉਪਮਾ ਅਲੰਕਾਰਾਂ ਦੀ ਵਰਤੋਂ ਕਰਦੇ ਹਾਂ। ਅਤੇ ਉਪਮਾ ਅਲੰਕਾਰ ਦੇ ਵਿੱਚ ਕਿੰਨੇ ਜਿਹੜੇ ਕਿ ਤੱਤ ਹੁੰਦੇ ਨੇ, 4 ਤੱਤ ਹੁੰਦੇ ਨੇ। ਜਿਵੇਂ ਕਿ ਆਪਾਂ ਕਹੀਏ ਵੀ ਰਾਮ ਸ਼ੇਰ ਵਰਗਾ ਬਹਾਦਰ ਹੈ, ਜਾਂ ਰਾਮ ਸ਼ੇਰ ਵਾਂਗ ਬਹਾਦਰ ਹੈ। ਹੁਣ ਆਪਾਂ ਕਿਹਦੀ ਤੁਲਨਾ ਕਰ ਰਹੇ ਹਾਂ, ਰਾਮ ਦੀ ਕਰ ਰਹੇ ਹਾਂ। ਰਾਮ ਦੀ ਤੁਲਨਾ ਕਰ ਰਹੇ ਹਾਂ ਤਾਂ ਰਾਮ ਕੀ ਹੋ ਗਿਆ, ਉਪਮੇਯ ਹੋ ਗਿਆ, ਕਿਉਂਕਿ ਇਹਦੇ ਵਿੱਚ 4 ਤੱਤ ਨੇ ਨਾ। ਮੈਂ ਤੁਹਾਨੂੰ ਐਗਜ਼ਾਮਪਲ ਇੱਕ ਹੋਰ ਵੀ ਦੇ ਕੇ ਸਮਝਾ ਰਹੀ ਹਾਂ। ਉਪਮੇਯ ਆ, ਉਪਮਾਨ, ਸਾਂਝਾ ਗੁਣ, ਵਾਚਕ ਗੁਣ, ਇਹ 4 ਤੱਤ ਨੇ। ਉਪਮੇਯ ਕੀ ਹੁੰਦਾ, ਜਿਵੇਂ ਆਪਾਂ ਨੇ ਕਿਹਾ ਵੀ ਰਾਮ ਸ਼ੇਰ ਵਾਂਗ ਬਹਾਦਰ ਹੈ, ਬਹਾਦਰ ਹੈ। ਹੁਣ ਆਪਾਂ ਕਿਹਦੀ ਤੁਲਨਾ ਕਰ ਰਹੇ ਹਾਂ, ਰਾਮ ਦੀ ਕਰ ਰਹੇ ਹਾਂ। ਉਹ ਚੀਜ਼ ਜਿਸ ਦੀ ਉਪਮਾ ਕੀਤੀ ਜਾਵੇ ਜਾਂ ਜਿਸ ਦੀ ਪ੍ਰਸ਼ੰਸਾ ਕੀਤੀ ਜਾਵੇ ਉਹ ਕੀ ਹੋਊਗਾ, ਉਪਮੇਯ, ਇੱਥੇ ਹੋ ਜਾਊਗਾ ਰਾਮ। ਉਪਮਾਨ, ਜਿਸ ਨਾਲ ਉਪਮਾ ਕੀਤੀ ਜਾਵੇ, ਜਿਸ ਦੇ ਨਾਲ ਉਹਦੀ ਤੁਲਨਾ ਕੀਤੀ ਜਾਵੇ, ਕਿਹਦੇ ਨਾਲ ਕਰ ਰਹੇ ਹਾਂ ਆਪਾਂ, ਸ਼ੇਰ ਨਾਲ। ਸਾਂਝਾ ਗੁਣ, ਜਿਹੜਾ ਦੋਨਾਂ ਦੇ ਵਿੱਚ ਸਾਂਝਾ, ਜਿਵੇਂ ਰਾਮ ਵੀ ਬਹਾਦਰ ਆ ਤਾਂ ਹੀ ਆਪਾਂ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਹਾਂ, ਸ਼ੇਰ ਵੀ ਬਹਾਦਰ ਆ ਤਾਂ ਸਾਂਝਾ ਗੁਣ ਹੋ ਗਿਆ ਬਹਾਦਰ। ਵਾਚਕ ਗੁਣ ਕੀ ਆ, ਜਿਵੇਂ ਆਪਾਂ ਕਹਿੰਦੇ ਹਾਂ ਵਰਗਾ, ਵਾਂਗੂ, ਉਸ ਦੀ ਤਰ੍ਹਾਂ, ਉਹ ਇਸ ਦੀ ਤਰ੍ਹਾਂ, ਜਿਉਂ, ਉਹ ਕੀ ਹੋ ਗਿਆ, ਵਾਚਕ ਗੁਣ। ਸੋ ਜਿਵੇਂ ਤੁਹਾਡੀ ਬੁੱਕ 'ਚ ਐਗਜ਼ਾਮਪਲ ਦੇ ਰੱਖੀ ਆ ਕਿ ਉਸ ਦਾ ਮੁਖੜਾ ਚੰਦ ਵਰਗਾ ਸੋਹਣਾ ਹੈ, ਉਸ ਦਾ ਮੁਖੜਾ ਚੰਦ ਵਰਗਾ ਸੋਹਣਾ ਹੈ, ਤਾਂ ਮੁਖੜਾ ਚੰਦ ਸੋਹਣਾ ਵਰਗਾ। ਇਹ 4 ਤੱਤ ਇਹਦੇ ਵਿੱਚ ਕਿਵੇਂ ਆਪਾਂ ਸਮਾਣਗੇ, ਉਪਮੇਯ, ਜਿਸ ਦੀ ਉਪਮਾ ਕੀਤੀ ਜਾਵੇ। ਕਿਹਦੀ ਉਪਮਾ ਕੀਤੀ ਜਾ ਰਹੀ ਹੈ, ਮੁਖੜੇ ਦੀ, ਮੂੰਹ ਦੀ ਉਪਮਾ ਕੀਤੀ ਜਾ ਰਹੀ ਹੈ। ਕਿਹਦੇ ਨਾਲ ਕੀਤੀ ਜਾ ਰਹੀ ਹੈ, ਚੰਦ ਦੇ ਨਾਲ। ਚੰਦ ਕੀ ਆ, ਉਹ ਵਸਤੂ ਜਿਸ ਨਾਲ ਉਪਮਾ ਦਿਖਾਈ ਜਾਵੇ, ਮਤਲਬ ਕਿ ਜਿਸ ਦੇ ਨਾਲ ਉਪਮਾ ਉਹਦੀ ਕੀਤੀ ਜਾਵੇ, ਜਿਸ ਦੇ ਨਾਲ ਉਹਦੀ ਤੁਲਨਾ ਕੀਤੀ ਜਾਵੇ। ਸਾਂਝਾ ਗੁਣ, ਦੋਹਾਂ ਦੇ ਵਿੱਚ ਸਾਂਝਾ ਕੀ ਆ,
ਵਾਚਕ ਗੁਣ ਉਹ ਸ਼ਬਦ ਜਿਸ ਦੀ ਉਪਮਾ ਜਾਂ ਤੁਲਨਾ ਨੂੰ ਪ੍ਰਗਟਾਵੇ ਜਿਹੜਾ ਸ਼ਬਦ। ਫਿਰ ਪਰਿਭਾਸ਼ਾ, ਜਿੱਥੇ ਉਪਮਾਉਣ ਯੋਗ ਵਸਤੂਆਂ ਜਾਂ ਆਪਾਂ ਕਹਿ ਸਕਦੇ ਹਾਂ ਜਿੱਥੇ ਉਪਮੇय ਦੀ ਕਿਸੇ ਹੋਰ ਮਿਲਦੀ ਜੁਲਦੀ ਵਸਤੂ ਨਾਲ ਸਾਂਝੇ ਗੁਣਾਂ ਦੀ ਸਮਾਨਤਾ ਦੱਸੀ ਜਾਵੇ, ਉੱਥੇ ਕੀ ਹੋਊਗਾ? ਉਪਮਾ ਅਲੰਕਾਰ ਹੋਊਗਾ। ਉੱਥੇ ਕੀ ਹੋਊਗਾ? ਉਪਮਾ ਅਲੰਕਾਰ ਹੋਊਗਾ। ਤੇ ਇਹਦੇ ਵਿੱਚੋਂ ਆ ਵੀ ਕਰ ਸਕਦੇ ਨਹੀਂ, ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਠੀਕ ਹੈ। ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ, ਆਏ ਨਹੀਂ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਹਾਂਜੀ, ਅੱਗੇ ਹੈਗਾ ਰੂਪਕ ਅਲੰਕਾਰ। ਰੂਪਕ ਅਲੰਕਾਰ ਕੀ ਹੁੰਦਾ? ਰੂਪਕ ਅਲੰਕਾਰ ਉਪਮਾ ਅਲੰਕਾਰ ਦੇ ਨਾਲ ਮਿਲਦਾ ਜੁਲਦਾ। ਰੂਪਕ ਅਲੰਕਾਰ ਕਿਹਦੇ ਨਾਲ ਮਿਲਦਾ? ਉਪਮਾ ਅਲੰਕਾਰ ਦੇ ਨਾਲ ਮਿਲਦਾ ਜੁਲਦਾ। ਜਿੱਥੇ ਆਪਾਂ ਉਪਮਾ ਅਲੰਕਾਰ 'ਚ 4 ਤੱਤ ਕਰੇ ਸੀ, ਇਹਦੇ ਵਿੱਚ ਆ ਜਾਣਗੇ 3। ਮਤਲਬ ਕਿ ਇਹਦੇ ਵਿੱਚ ਜਿਹੜਾ ਵਾਚਕ ਗੁਣ ਆ, ਵਰਗਾ, ਵਾਂਗੂ, ਜਿਉਂ, ਇਸ ਤਰ੍ਹਾਂ ਉਹ ਕੱਟ ਜੂਗਾ, ਉਹ ਇਹਦੇ ਵਿੱਚ ਨਹੀਂ ਹੋਊਗਾ ਰੂਪਕ ਅਲੰਕਾਰ 'ਚ। ਪਹਿਲਾਂ ਤਾਂ ਇਹ ਫਰਕ ਇਹਦੇ ਵਿੱਚ ਦੋਨਾਂ 'ਚ। ਉਪਮਾ ਅਲੰਕਾਰ ਕੀ ਆ? ਤਾਂ ਉਹ 'ਚ 4 ਤੱਤ ਹੋ ਗਏ। ਹੁਣ ਰੂਪਕ ਅਲੰਕਾਰ 'ਚ ਕੀ ਹੈ? ਇਹ ਉਪਮਾ ਨਾਲ ਮਿਲਦਾ ਜੁਲਦਾ। ਰੂਪਕ ਇੱਕ ਤਰ੍ਹਾਂ ਨਾਲ ਉਪਮਾ ਦਾ ਸੰਖੇਪ ਰੂਪ ਹੈ। ਜਿਹੜਾ ਉਪਮਾ ਅਲੰਕਾਰ ਉਹਦਾ ਸੰਖੇਪ ਰੂਪ ਕਿਹੜਾ? ਰੂਪਕ ਅਲੰਕਾਰ। ਉਪਮਾ ਅਲੰਕਾਰ ਦੇ ਵਿੱਚ ਆਮ ਤੌਰ 'ਤੇ 4 ਤੱਤ ਹੁੰਦੇ ਨੇ, ਪਰ ਰੂਪਕ ਦੇ ਵਿੱਚ 3 ਹੁੰਦੇ ਨੇ। ਵਾਚਕ ਸ਼ਬਦ ਵਾਲਾ ਤੱਤ ਇਹਦੇ ਵਿੱਚ ਲੋਪ ਆ, ਜਿਹੜਾ ਮੈਂ ਤੁਹਾਨੂੰ ਦੱਸੇ ਦਿੱਤਾ। ਰੂਪਕ ਅਲੰਕਾਰ ਦੇ ਵਿੱਚ 2 ਚੀਜ਼ਾਂ ਦੀ ਤੁਲਨਾ ਕਰਕੇ ਦੋਹਾਂ ਦੇ ਵਿੱਚ ਸਾਂਝਾ ਗੁਣ ਐਵੇਂ ਦੱਸਿਆ ਜਾਂਦਾ ਕਿ ਦੋਹਾਂ ਦੇ ਵਿੱਚ ਜਿਹੜਾ ਫਰਕ ਹੈ, ਜਿਵੇਂ ਆਪਾਂ ਕਹਦੇ ਵੀ ਰਾਮ ਸ਼ੇਰ ਵਾਂਗ ਬਹਾਦਰ ਹੈ, ਆਪਾਂ ਸਿੱਧੇ ਹੀ ਕਹਦੇ ਵੀ ਰਾਮ ਸ਼ੇਰ ਹੈ, ਠੀਕ ਹੈ। ਤਾਂ ਮਤਲਬ ਕਿ ਉਹ ਵਰਗਾ ਸ਼ਬਦ ਆਪਾਂ ਕੱਟਤਾ ਵੀ ਉਹਦੇ ਵਰਗਾ, ਆਪਾਂ ਨੇ ਸਿੱਧਾ ਹੀ ਉਹਦੇ ਵਿੱਚ ਸਿਮਿਲਰਿਟੀ ਦੱਸਤੀ, ਸਿੱਧੀ ਉਹਦੇ ਵਿੱਚ ਇੱਕ ਰੂਪਤਾ ਦੱਸਤੀ, ਤੇ ਦੋਨਾਂ ਦੇ ਵਿੱਚ ਫਰਕ ਮਿਟਾਤਾ। ਤਾਂ ਉੱਥੇ ਕਿਹੜਾ ਹੋ ਜਾਊਗਾ? ਰੂਪਕ ਅਲੰਕਾਰ। ਦੋਹਾਂ ਦੇ ਵਿੱਚ ਇੱਕ ਸਾਂਝਾ ਗੁਣ ਇਸ ਤਰ੍ਹਾਂ ਦੱਸਿਆ ਜਾਵੇ ਕਿ ਉਹਨਾਂ ਦੋਹਾਂ ਦੇ ਵਿੱਚ ਚੀਜ਼ਾਂ ਵਿੱਚ ਫਰਕ ਮਿਟ ਜਾਂਦਾ ਤੇ ਦੋਹਾਂ ਦੇ ਵਿੱਚ ਇੱਕ ਮਿਕਤਾ ਤੇ ਇੱਕ ਰੂਪਤਾ ਹੋ ਜਾਂਦੀ ਹੈ। ਪਰਿਭਾਸ਼ਾ, ਜਿੱਥੇ ਉਪਮੇय ਤੇ ਉਪਮਾਨ ਦੇ ਵਿੱਚ ਇੱਕ ਰੂਪਤਾ ਤੇ ਅਭੇਦਤਾ ਵਰਣਨ ਕੀਤੀ ਜਾਵੇ, ਇੱਕ ਰੂਪਤਾ ਤੇ ਅਭੇਦਤਾ ਵਰਣਨ ਕੀਤੀ ਜਾਵੇ, ਉੱਥੇ ਕਿਹੜਾ ਹੋਊਗਾ? ਰੂਪਕ ਅਲੰਕਾਰ ਹੋਊਗਾ। ਤੇ ਇਹਦੇ ਵਿੱਚ ਹੁਣ ਅੱਗੇ ਹੈ, ਫਿਰ ਤੁਸੀਂ ਕਰ ਲੈਣੀ ਹੈ ਇਹਦੀ ਜਿਹੜੀ ਕਿ ਉਦਾਹਰਣ ਇਹਦੇ ਵਿੱਚੋਂ ਹੈਗੀ ਹੈ ਜਿਹੜੀ ਕਿ ਈਜ਼ੀ ਹੈ। ਇਹਦੇ ਵਿੱਚ ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸੀ ਹੈ, ਠੀਕ ਹੈ, ਵੀ ਰਾਮ ਸ਼ੇਰ ਹੈ, ਸਿੱਧਾ ਹੀ ਆਪਾਂ ਕਹਿ ਦਈਏ, ਵਾਂਗੂ ਕੱਟ ਦਈਏ, ਠੀਕ ਹੈ। ਤੇ ਦੂਜਾ ਜਿਵੇਂ ਇਹਨਾਂ ਨੇ ਦੇ ਰੱਖੀ ਇਹਦੇ ਵਿੱਚ ਚਾਂਦੀ, ਹਾਂਜੀ, ਜਿਵੇਂ ਇਹਨਾਂ ਨੇ ਉਦਾਹਰਨ ਦੇ ਰੱਖੀ ਆ, ਚਾਂਦੀ ਤੇਰਾ ਰੰਗ ਹੈ, ਸੋਨਾ ਤੇਰੇ ਵਾਲ। ਮਤਲਬ ਕਿ ਇਸ ਸੰਬੰਧ ਵਿੱਚ ਕੀ ਆ ਵੀ ਚਾਂਦੀ ਤੇ ਰੰਗ ਦੇ ਵਿੱਚ, ਸੋਨੇ ਤੇ ਵਾਲਾਂ ਦੇ ਵਿੱਚ ਕੋਈ ਫਰਕ ਨਹੀਂ ਰਹਿਣ ਦਿੱਤਾ, ਸਿੱਧਾ ਹੀ ਇਕਰੂਪਤਾ ਸਥਾਪਿਤ ਕਰਤੀ। ਮਤਲਬ ਕਿ ਚਾਂਦੀ ਵੀ ਚਿੱਟੀ ਆ, ਰੰਗ ਵੀ ਚਿੱਟਾ, ਮਤਲਬ ਕਿ ਉਹਦਾ ਰੰਗ ਕਿਵੇਂ ਦਾ? ਚਾਂਦੀ ਵਰਗਾ, ਕਿਉਂਕਿ ਚਾਂਦੀ ਵੀ ਚਿੱਟੀ ਆ, ਰੰਗ ਵੀ ਚਿੱਟਾ, ਤਾਂ ਪਤਾ ਲੱਗ ਗਿਆ ਕਿ ਚਿੱਟੇ ਨੇ। ਸੋਨਾ ਤੇਰੇ ਵਾਲ, ਦੋਨਾਂ ਦੇ ਰੰਗਾਂ ਦੀ ਸਾਂਝ ਆਪਣੇ ਆਪ ਦੇ ਵਿੱਚ ਇੱਕ ਭੇਦ ਕਰਤਾ ਵੀ ਸੋਨਾ ਵੀ ਚਮਕਦਾ ਤੇ ਵਾਲ ਵੀ ਚਮਕਦੇ ਨੇ, ਸੋਨਾ ਵੀ ਚਮਕਦਾ, ਵਾਲ ਵੀ ਚਮਕਦੇ ਨੇ, ਤਾਂ ਦੋਹਾਂ ਨੇ ਆਪਣੇ ਆਪ ਨੂੰ ਇੱਕ ਦੂਜੇ ਦੇ ਵਿੱਚ ਅਭੇਦ ਕਰ ਲਿਆ। ਇਸ ਪ੍ਰਕਾਰ ਕਿਹੜਾ ਅਲੰਕਾਰ ਹੋ ਗਿਆ? ਰੂਪਕ ਅਲੰਕਾਰ ਹੋ ਗਿਆ। ਦੋਹਾਂ ਦੇ ਵਿੱਚ ਇੱਕ ਰੂਪਤਾ ਹੋ ਗਈ। ਓਕੇ, ਨੈਕਸਟ ਅੱਗੇ ਹੈਗਾ ਦ੍ਰਿਸ਼ਟਾਂਤ ਅਲੰਕਾਰ। ਦ੍ਰਿਸ਼ਟਾਂਤ ਦਾ ਅਰਥ ਹੁੰਦਾ ਉਦਾਹਰਣ, ਨਮੂਨਾ, ਮਿਸਾਲ, ਸਬੂਤ। ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਝਾਉਣ ਦੇ ਲਈ ਕੋਈ ਉਦਾਹਰਣ ਦਿੰਦੇ ਹਾਂ, ਕੋਈ ਮਿਸਾਲ ਦਿੰਦੇ ਹਾਂ, ਕੋਈ ਨਮੂਨਾ ਪੇਸ਼ ਕਰ ਦਿੰਦੇ ਹਾਂ, ਤਾਂ ਉੱਥੇ ਕਿਹੜਾ ਹੋ ਜਾਊਗਾ? ਦ੍ਰਿਸ਼ਟਾਂਤ ਅਲੰਕਾਰ। ਜਦੋਂ ਕਵੀ ਆਪਣੀ ਕਵਿਤਾ ਦੇ ਵਿੱਚ ਆਪਣੇ ਵਿਸ਼ੇ ਨੂੰ ਸਮਝਾਉਣ ਦੇ ਲਈ ਆਮ ਜੀਵਨ ਜਾਂ ਪ੍ਰਕਿਰਤੀ ਦੇ ਵਿੱਚੋਂ ਕੋਈ ਵੀ ਉਦਾਹਰਣ ਪੇਸ਼ ਕਰਦਾ, ਕੋਈ ਉਹਦੇ ਬਰਾਬਰ ਰੱਖ ਦਿੰਦਾ, ਮਿਸਾਲ ਪੇਸ਼ ਕਰ ਦਿੰਦਾ, ਜਿਹਦੇ ਨਾਲ ਉਹਦੇ ਵਿੱਚ ਵਰਣਨ ਕੀਤੇ ਗਏ ਵਿਸ਼ੇ ਮਿਲਦੇ ਜੁਲਦੇ ਹੋਣ, ਸਮਾਨਤਾ ਦੱਸੀ ਜਾਵੇ, ਉੱਥੇ ਕਿਹੜਾ ਹੋਊਗਾ? ਦ੍ਰਿਸ਼ਟਾਂਤ ਅਲੰਕਾਰ ਹੋਊਗਾ। ਦ੍ਰਿਸ਼ਟਾਂਤ ਅਲੰਕਾਰ ਅੰਦਰ ਪਹਿਲਾਂ ਇੱਕ ਗੱਲ ਕਹੀ ਜਾਂਦੀ ਹੈ, ਦੂਜੀ ਫਿਰ ਉਹ 'ਤੇ ਉਦਾਹਰਨ ਦਿੱਤੀ ਜਾਂਦੀ ਹੈ, ਤਾਂ ਦੋਹਾਂ ਦਾ ਉਦੇਸ਼ ਇੱਕੋ ਹੁੰਦਾ ਕਿ ਗੱਲ ਨੂੰ ਜਿਹੜੇ ਕਿ ਸਮਝਿਆ ਜਾਵੇ। ਇੱਕ ਇਹਦੇ ਵਿੱਚ ਬਿੰਬ ਹੁੰਦਾ, ਦੂਜਾ ਪ੍ਰਤੀਬਿੰਬ ਹੁੰਦਾ। ਕਵੀ ਦਾ ਜਿਹੜਾ ਵਿਸ਼ਾ ਵਸਤੂ ਹੁੰਦਾ ਉਹ ਬਿੰਬ ਹੁੰਦਾ, ਜਦੋਂ ਉਦਾਹਰਨ ਬਾਹਰੋਂ ਪੇਸ਼ ਕਰਦਾ ਉਹ ਪ੍ਰਤੀਬਿੰਬ ਬਣ ਜਾਂਦਾ, ਪ੍ਰਤੀਬਿੰਬ। ਅੱਗੇ ਉਦਾਹਰਨ ਦੇ ਵਿੱਚ ਕਿਸੇ ਪ੍ਰਸੰਗ ਜਾਂ ਵਸਤੂ ਦਾ ਪੂਰਾ ਗਿਆਨ ਕਰਵਾਉਣ ਲਈ ਕਿਸੇ ਸਮਾਨ ਗੁਣਾਂ ਵਾਲੀ ਵਸਤੂ ਦਾ ਉਦਾਹਰਣ ਦੇਣਾ ਕੀ ਆ? ਦ੍ਰਿਸ਼ਟਾਂਤ ਅਲੰਕਾਰ ਆ। ਕਿਸੇ ਪ੍ਰਸੰਗ ਜਾਂ ਵਸਤੂ ਦਾ ਪੂਰਾ ਗਿਆਨ ਕਰਵਾਉਣ ਲਈ ਸਮਾਨ ਗੁਣਾਂ ਵਾਲੀ ਵਸਤੂ ਦਾ ਉਦਾਹਰਣ ਦੇਣਾ ਉਹ ਕੀ ਆ? ਦ੍ਰਿਸ਼ਟਾਂਤ ਅਲੰਕਾਰ ਆ। ਦ੍ਰਿਸ਼ਟਾਂਤ ਅਲੰਕਾਰ ਜਿੱਥੇ ਉਪਮੇਯ ਵਾਕ ਅਤੇ ਉਪਮਾਨ ਵਾਕ ਆਪੋ ਵਿੱਚ ਬਿੰਬ ਪ੍ਰਤੀਬਿੰਬ ਭਾਵ ਨਾਲ ਸੰਬੰਧਿਤ ਹੋਣ, ਉੱਥੇ ਦ੍ਰਿਸ਼ਟਾਂਤ ਅਲੰਕਾਰ। ਜਿਵੇਂ ਹੈ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋ। ਮਤਲਬ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਜਿਹੜਾ ਅਗਿਆਨਤਾ ਸੀ ਉਹ ਸਾਰਾ ਦੂਰ ਹੋ ਗਿਆ, ਚਾਨਣ ਹੋ ਗਿਆ। ਜਿਵੇਂ ਸੂਰਜ ਦੇ ਨਿਕਲਦੇ ਨਾਲ ਤਾਰੇ ਲੁਕ ਜਾਂਦੇ ਨੇ, ਅੰਧੇਰਾ ਛੁਪ ਜਾਂਦਾ, ਅੰਧੇਰਾ ਦੂਰ ਹੋ ਜਾਂਦਾ ਸੂਰਜ ਨਿਕਲਣ ਦੇ ਨਾਲ, ਉਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ, ਭਾਵ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਹੋਣ ਦੇ ਨਾਲ ਜਿਹੜੇ ਕਿ ਅਗਿਆਨਤਾ ਦਾ ਹਨੇਰਾ ਸੀ, ਧੁੰਦ ਸੀ, ਉਹ ਸਾਰੀ
ਮਿਟ ਗਈ ਤੇ ਚਾਨਣ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਹਾਂਜੀ, ਅੱਗੇ ਹੈਗਾ ਅਤਕਥਨੀ ਅਲੰਕਾਰ। ਅਤਕਥਨੀ ਹੁੰਦਾ ਕਿਸੇ ਚੀਜ਼ ਨੂੰ ਵਧਾ ਚੜਾ ਕੇ ਕਰਨਾ। ਅਤਕਥਨੀ ਇੱਕ ਕਿਹੜਾ ਅਲੰਕਾਰ ਆ? ਅਰਥ ਅਲੰਕਾਰ ਆ, ਜਿਹਦੇ ਵਿੱਚ ਅਤੀ ਤੇ ਕਥਨੀ ਦੋ ਹਿੱਸੇ ਨੇ। ਇਹਨਾਂ ਦਾ ਭਾਵ ਕਿ ਇੱਕ ਗੱਲ ਨੂੰ ਵਧਾ ਚੜਾ ਕੇ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਹਨੂੰ ਆਪਾਂ ਕੀ ਕਹਾਂਗੇ? ਅਤਕਥਨੀ ਅਲੰਕਾਰ ਕਹਾਂਗੇ। ਅਤਕਥਨੀ ਨੂੰ ਅਤੀ ਉਕਤੀ ਵੀ ਕਿਹਾ ਜਾਂਦਾ। ਤੇ ਅਤਕਥਨੀ ਅਲੰਕਾਰ ਜਿਹੜਾ ਕਿ ਕਿਉਂ ਕੀਤਾ ਜਾਂਦਾ? ਕਿਉਂਕਿ ਇਹਦੇ ਨਾਲ ਕੀ ਹੁੰਦਾ? ਉਦੇਸ਼ ਕੀ? ਚਮਤਕਾਰ ਪੈਦਾ ਕਰਨਾ। ਚਮਤਕਾਰ ਹੀ ਕਵਿਤਾ ਵਿੱਚ ਸੋਝ ਸਵਾਦ ਲੈ ਕੇ ਆਉਂਦੇ, ਜਿਸ ਕਰਕੇ ਚਮਤਕਾਰ ਤੋਂ ਬਿਨਾਂ ਕਵਿਤਾ ਫਿੱਕੀ ਲੱਗਦੀ ਹੈ। ਉਹਨੂੰ ਸਵਾਦਲੀ ਤੇ ਰਸੀਲੀ ਬਣਾਉਣ ਦੇ ਲਈ ਕਿਸੇ ਨਾ ਕਿਸੇ ਚਮਤਕਾਰ ਦੀ ਹੋਂਦ ਜ਼ਰੂਰੀ ਹੈ, ਜਿਸ ਕਰਕੇ ਅਤਕਥਨੀ ਅਲੰਕਾਰ ਹੈ ਜਿਹੜੀ ਕਿ ਇਹਦੇ ਵਿੱਚ ਵਰਤਿਆ ਜਾਂਦਾ। ਸੋ ਇਹਦੇ ਵਿੱਚ ਜਿਵੇਂ ਹੁਣ ਅੱਗੇ ਹੈ ਪਰਿਭਾਸ਼ਾ, ਬਹੁਤ ਵਧਾ ਚੜਾ ਕੇ ਵਰਣਨ ਕਰਨ ਦੀ ਕਾਵਿ ਰੀਤ ਨੂੰ ਆਪਾਂ ਕੀ ਕਹਿੰਦੇ ਹਾਂ? ਅਤਕਥਨੀ ਅਲੰਕਾਰ ਕਿਹਾ ਜਾਂਦਾ। ਜਿਵੇਂ ਜੇ ਤੂੰ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਇਆ, ਤੇਰੇ ਲੱਕ ਨੂੰ ਪਾਏ ਕੜਵਾਲ ਮੋਈਏ, ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ, ਭਾਰ ਨਾਲ ਤੂੰ ਸਕੀ ਨਾ ਹੱਲ ਮੋਈਏ। ਭਾਵ ਕਿ ਜੇ ਤੂੰ ਜਿਹੜੇ ਕਿ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਲਿਆ ਤਾਂ ਤੇਰੇ ਲੱਕ ਨੂੰ ਜਿਹੜੇ ਕਿ ਕੜਵਾਲ ਪੈ ਜਾਣਗੇ। ਜੇ ਤੂੰ ਹੱਥਾਂ ਪੈਰਾਂ ਨੂੰ ਮਹਿੰਦੀ ਲਾ ਲਈ ਤਾਂ ਭਾਰ ਦੇ ਨਾਲ ਤੂੰ ਉੱਠ ਨਹੀਂ ਸਕੇਂਗੀ, ਹੱਲ ਨਹੀਂ ਸਕੇਂਗੀ। ਤਾਂ ਇਹ ਅਤਕਥਨੀ ਅਲੰਕਾਰ ਹੋ ਗਿਆ। ਸੋ ਇਹ ਸੀ ਤੁਹਾਡੇ ਅਲੰਕਾਰ। ਥੈਂਕਸ।